ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਲਗਭਗ 20 ਪ੍ਰਸ਼ਨ ਡਿਸਕਸ ਕਰਾਂਗੇ। ਇਹ ਸਾਰੇ ਪ੍ਰਸ਼ਨ ਉਹਨਾਂ ਟੌਪਿਕਸ ਵਿੱਚੋਂ ਹਨ ਜੋ ਵਾਰ-ਵਾਰ ਪੁਰਾਣੇ ਪੇਪਰਾਂ ਵਿੱਚ ਪੁੱਛੇ ਗਏ ਹਨ ਅਤੇ ਪ੍ਰੀਖਿਆਰਥੀਆਂ ਨੂੰ ਇਹਨਾਂ ਨੂੰ ਕਰਨ ਦੇ ਵਿੱਚ ਕਾਫੀ ਮੁਸ਼ਕਲ ਆਉਂਦੀ ਹੈ। ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ, ਸਥਾਨ ਬਾਰੇ ਨਿਮਨਲਿਖਤ ਜਾਣਕਾਰੀ ਤੇ ਵਿਚਾਰ ਕਰੋ। ਸਾਨੂੰ A, B ਅਤੇ C 3 ਪੁਆਇੰਟਸ ਦੇ ਵਿੱਚ ਜਾਣਕਾਰੀ ਦਿੱਤੀ ਹੋਈ ਹੈ। A ਪੁਆਇੰਟ ਹੈ ਜੀ, ਇਹ 30 ਡਿਗਰੀ ਅਕਸ਼ਾਂਸ਼ ਯਾਨੀ ਕਿ ਲੈਟੀਟਿਊਡ ਉੱਤੇ ਸਥਿਤ ਹੈ। ਇਹ B ਪੁਆਇੰਟ ਹੈ ਜੀ, ਇਹ ਉੱਤਰੀ ਅਰਧ ਗੋਲੇ ਉੱਤੇ ਸਥਿਤ ਹੈ। C ਪੁਆਇੰਟ ਹੈ ਜੀ, ਇਹ ਪ੍ਰਮੁੱਖ ਮੈਰੀਡੀਅਨ ਦੇ ਪੂਰਬ ਵੱਲ ਸਥਿਤ ਹੈ। ਇਸ ਸਥਾਨ ਨੂੰ ਇਨ ਬਿਨ ਯਾਨੀ ਕਿ ਪੂਰੀ ਤਰ੍ਹਾਂ ਗਲੋਬ ਤੇ ਲੱਭਣ ਦੇ ਲਈ ਸਾਨੂੰ A, B, C ਦੇ ਵਿੱਚੋਂ ਕਿਹੜੇ ਤੱਥ ਦੀ ਲੋੜ ਹੈ। ਸਭ ਤੋਂ ਪਹਿਲਾ ਆਪਸ਼ਨ ਹੈ ਜੀ, ਕੇਵਲ A ਅਤੇ B ਦੀ ਲੋੜ ਹੁੰਦੀ ਹੈ। ਦੂਸਰਾ ਹੈ ਜੀ, ਕੇਵਲ B ਅਤੇ C ਦੀ ਲੋੜ ਹੁੰਦੀ ਹੈ। ਤੀਸਰਾ ਹੈ ਜੀ, ਕੇਵਲ A ਅਤੇ C ਦੀ ਲੋੜ ਹੁੰਦੀ ਹੈ ਜਾਂ ਫਿਰ ਸੂਚਨਾ ਨਾ ਕਾਫੀ ਹੈ। ਦੇਖੋ, ਗਲੋਬ ਉੱਪਰ ਕੁਝ ਲਾਈਨਾਂ ਬਣੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਕਸ਼ਾਂਸ਼ ਲੈਟੀਟਿਊਡ ਤੇ ਲੰਬਕਾਰ ਲੌਂਗੀਟਿਊਡ ਆਖਦੇ। 0 ਡਿਗਰੀ ਅਕਸ਼ਾਂਸ਼ ਨੂੰ ਭੂ-ਮੱਧ ਰੇਖਾ ਤੇ 0 ਡਿਗਰੀ ਲੰਬਕਾਰ ਨੂੰ ਪ੍ਰਾਈਮ ਮੈਰੀਡੀਅਨ ਆਖਦੇ ਨੇ। ਜਿਹੜਾ ਪ੍ਰਾਈਮ ਮੈਰੀਡੀਅਨ ਹੈ ਉਹ ਗ੍ਰੀਨਵਿਚ ਇੰਗਲੈਂਡ ਵਿੱਚੋਂ ਲੰਘਦਾ ਹੈ। ਇਹ ਦੋਨੋਂ ਲਾਈਨਾਂ ਆਪਸ ਦੇ ਵਿੱਚ ਮਿਲ ਕੇ ਇੱਕ ਜਾਲ ਬਣਾਉਂਦੀਆਂ ਨੇ ਜਿਸ ਨਾਲ ਸਾਨੂੰ ਗਲੋਬ ਉੱਪਰ ਕਿਸੇ ਵੀ ਸਥਾਨ ਦਾ ਪੂਰਾ ਪਤਾ ਚੱਲਦਾ ਹੈ। ਇੱਥੇ 30 ਡਿਗਰੀ ਲੈਟੀਟਿਊਡ ਦਿੱਤਾ ਹੋਇਆ ਹੈ ਤੇ 30 ਡਿਗਰੀ ਦੇ ਨਾਲ ਸਾਨੂੰ N ਜਾਂ S ਲਿਖਣਾ ਪੈਂਦਾ ਹੈ ਕਿ ਉਹ ਉੱਤਰੀ ਅਰਧ ਗੋਲੇ ਦੇ ਵਿੱਚ ਹੈ ਕਿ ਦੱਖਣੀ ਅਰਧ ਗੋਲੇ ਦੇ ਵਿੱਚ ਹੈ। ਇੱਥੇ ਸਾਨੂੰ B ਪੁਆਇੰਟ ਦੇ ਵਿੱਚ ਉੱਤਰੀ ਅਰਧ ਗੋਲਾ ਵੀ ਦੱਸਿਆ ਹੋਇਆ ਹੈ। ਉਸ ਤੋਂ ਬਾਅਦ ਜਿਹੜਾ C ਪੁਆਇੰਟ ਹੈ ਉਹਦੇ ਵਿੱਚ ਦੱਸਿਆ ਹੈ ਕਿ ਇਹ ਪ੍ਰਮੁੱਖ ਮੈਰੀਡੀਅਨ ਪ੍ਰਾਈਮ ਮੈਰੀਡੀਅਨ ਦੇ ਪੂਰਬ ਵੱਲ ਸਥਿਤ ਹੈ। ਸਾਨੂੰ ਲੈਟੀਟਿਊਡ ਤੇ ਪਹਿਲਾਂ ਗਿਵਨ ਸੀ, ਹੁਣ ਸਾਨੂੰ ਲੌਂਗੀਟਿਊਡ ਚਾਹੀਦਾ ਹੈ ਤੇ ਲੌਂਗੀਟਿਊਡ ਦੇ ਨਾਲ E ਜਾਂ W ਲਿਖਦੇ ਆ। ਇੱਥੇ ਉਹਨਾਂ ਨੇ ਪੂਰਬ ਵੱਲ ਲਿਖਿਆ, ਇਹਦਾ ਮਤਲਬ ਸਾਨੂੰ E ਦਿੱਤਾ ਹੋਇਆ। ਪਰ ਇਸ ਜਾਣਕਾਰੀ ਦੇ ਵਿੱਚ ਸਾਨੂੰ ਲੌਂਗੀਟਿਊਡ ਦਾ ਮੈਗਨੀਟਿਊਡ ਕਿ ਉਹ ਲੌਂਗੀਟਿਊਡ ਕਿੰਨਾ ਹੈ ਉਹ ਸਾਨੂੰ ਗਿਵਨ ਨਹੀਂ ਹੈ ਕਿਉਂਕਿ ਜੇਕਰ ਸਾਨੂੰ ਲੈਟੀਟਿਊਡ ਦੀ ਵੈਲਿਊ ਤੇ ਉਹਦੇ ਨਾਲ N ਜਾਂ S ਤੇ ਲੌਂਗੀਟਿਊਡ ਦੀ ਵੈਲਿਊ ਉਹਦੇ ਨਾਲ E ਜਾਂ W ਲਿਖਿਆ ਹੋਊਗਾ ਤਾਂ ਫਿਰ ਹੀ ਅਸੀਂ ਕਿਸੇ ਸਥਾਨ ਦਾ ਪੂਰੀ ਤਰ੍ਹਾਂ ਗਲੋਬ ਦੇ ਉੱਪਰ ਪੋਜੀਸ਼ਨ ਦੱਸ ਸਕਦੇ ਹਾਂ। ਜਿਵੇਂ ਉਦਾਹਰਨ ਦੇ ਤੌਰ ਤੇ ਅੰਮ੍ਰਿਤਸਰ ਦੀ ਜਿਹੜੀ ਲੋਕੇਸ਼ਨ ਹੈ 31.6340 ਡਿਗਰੀ ਨਾਰਥ ਲੈਟੀਟਿਊਡ ਅਤੇ 74.8723 ਡਿਗਰੀ ਈਸਟ ਲੌਂਗੀਟਿਊਡ, ਯਾਨੀ ਕਿ ਇੱਥੇ ਸਾਨੂੰ ਸੂਚਨਾ ਕਾਫੀ ਨਹੀਂ ਹੈ। ਇਸ ਸਵਾਲ ਦਾ ਸਹੀ ਜਵਾਬ ਲਿਖਾਂਗੇ 4 ਆਪਸ਼ਨ, ਸੂਚਨਾ ਕਾਫੀ ਨਹੀਂ ਹੈ। ਸਕਰੀਨ ਤੇ ਅਗਲਾ ਪ੍ਰਸ਼ਨ ਤੁਹਾਡੇ ਸਾਹਮਣੇ ਆ ਜੀ। ਦੋ ਸਟੇਟਮੈਂਟਾਂ ਨੇ ਸਾਡੇ ਕੋਲ, ਸਟੇਟਮੈਂਟ A ਤੇ ਸਟੇਟਮੈਂਟ B। ਜਿਹੜੀ ਪਹਿਲੀ ਸਟੇਟਮੈਂਟ ਹੈ A ਹੈ ਉਹ ਇਹ ਕਹਿੰਦੀ ਹੈ ਕਿ ਹਿੰਦ ਮਹਾਸਾਗਰ ਦੀ ਸ਼ਕਲ S ਆਕਾਰ 'ਚ ਹੈ। ਦੂਸਰੀ ਸਟੇਟਮੈਂਟ ਜਿਹੜੀ B ਹੈ ਉਹ ਕਹਿੰਦੀ ਹੈ ਕਿ ਹਿੰਦ ਮਹਾਸਾਗਰ ਦਾ S ਆਕਾਰ ਕੁਦਰਤੀ ਬੰਦਰਗਾਹਾਂ ਲਈ ਆਦਰਸ਼ ਸਥਾਨ ਪ੍ਰਦਾਨ ਕਰਦਾ ਹੈ। ਅਸੀਂ ਦੱਸਣਾ ਹੈ ਕਿ ਹੇਠ ਦਿੱਤੇ ਵਿਕਲਪਾਂ ਦੇ ਵਿੱਚੋਂ ਕਿਹੜੇ ਕਥਨ ਸਹੀ ਨੇ। ਪਹਿਲਾ ਆਪਸ਼ਨ ਹੈ ਜੀ ਕਿ A ਸਟੇਟਮੈਂਟ ਅਤੇ B ਸਟੇਟਮੈਂਟ ਦੋਵੇਂ ਸਹੀ ਹਨ। ਦੂਜਾ ਆਪਸ਼ਨ ਹੈ ਜੀ A ਸਟੇਟਮੈਂਟ ਤੇ B ਸਟੇਟਮੈਂਟ ਦੋਨੋਂ ਗਲਤ ਹਨ। ਤੀਸਰਾ ਆਪਸ਼ਨ ਹੈ ਜੀ A ਸਟੇਟਮੈਂਟ ਸਹੀ ਹੈ ਤੇ B ਸਟੇਟਮੈਂਟ ਗਲਤ ਹੈ। ਤੇ ਚੌਥਾ ਆਪਸ਼ਨ ਹੈ ਜੀ B ਸਟੇਟਮੈਂਟ ਸਹੀ ਹੈ ਪਰ A ਸਟੇਟਮੈਂਟ ਗਲਤ ਹੈ। ਦੇਖੋ, ਇੱਥੇ ਲਿਖਿਆ ਹੋਇਆ ਹੈ ਕਿ ਹਿੰਦ ਮਹਾਸਾਗਰ ਦੀ ਸ਼ਕਲ S ਆਕਾਰ ਦੀ ਹੈ। ਇਹ ਬਿਲਕੁਲ ਗਲਤ ਹੈ ਕਿਉਂਕਿ ਹਿੰਦ ਮਹਾਸਾਗਰ ਜਿਹਨੂੰ ਆਪਾਂ ਇੰਡੀਅਨ ਓਸ਼ਨ ਵੀ ਕਹਿੰਦੇ ਆ, ਇਹਦਾ ਜਿਹੜਾ ਆਕਾਰ ਹੈ ਲਗਭਗ M ਦੀ ਤਰ੍ਹਾਂ ਹੈ। ਇਹ M ਲੈਟਰ ਦੀ ਸ਼ਕਲ ਦਾ ਹੈ, ਇਹ S ਲੈਟਰ ਦੀ ਸ਼ਕਲ ਦਾ ਨਹੀਂ ਹੈ। ਤੇ ਜੇਕਰ S ਸ਼ਕਲ ਦਾ ਨਹੀਂ ਹੈ ਤੇ ਇਹ ਦੋਨੋਂ ਕਥਨ ਗਲਤ ਹੋ ਜਾਂਦੇ ਨੇ। ਇੱਥੇ ਦੂਸਰਾ ਆਪਸ਼ਨ ਬਿਲਕੁਲ ਸਹੀ ਹੋਏਗਾ ਕਿ ਦੋਨੋਂ ਕਥਨ ਗਲਤ ਹਨ। ਹੁਣ ਇਹ ਦੱਸਣਾ ਹੈ ਕਿ ਜਿਹੜਾ S ਆਕਾਰ ਵਾਲਾ ਹੈ ਜਾਂ S ਸ਼ਕਲ ਵਾਲਾ ਕਿਹੜਾ ਓਸ਼ਨ ਹੈ। ਜਿਹੜਾ ਅਟਲਾਂਟਿਕ ਓਸ਼ੀਅਨ ਹੈ ਜਿਹਨੂੰ ਆਪਾਂ ਅੰਧ ਮਹਾਸਾਗਰ ਕਹਿੰਦੇ ਆ, ਉਹਦਾ ਜਿਹੜਾ ਆਕਾਰ ਹੈ ਉਹ S ਆਕਾਰ ਦਾ ਹੁੰਦਾ ਹੈ ਕਿਉਂਕਿ ਇਹਦੇ ਇੱਕ ਸਾਈਡ ਤੇ ਯੂਰਪ ਤੇ ਅਫਰੀਕਾ ਤੇ ਦੂਜੀ ਸਾਈਡ ਤੇ ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਹੁੰਦਾ। ਇਹਦਾ ਆਕਾਰ ਇੱਕ S ਦੀ ਤਰ੍ਹਾਂ ਬਣਦਾ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ। ਅੱਗੇ ਹੈ ਜੀ, ਭਾਰਤ ਦਾ ਪਹਿਲਾ ਉਪ ਪ੍ਰਧਾਨ ਮੰਤਰੀ ਕੌਣ ਸੀ। ਆਪਸ਼ਨ ਹਨ ਮੌਲਾਨਾ ਆਜ਼ਾਦ, C ਰਾਜਗੋਪਾਲਾਚਾਰੀ, ਸਰਦਾਰ ਵੱਲਭ ਭਾਈ ਪਟੇਲ ਜਾਂ ਖਾਨ ਅਬਦੁਲ ਗਫਾਰ ਖਾਨ। ਜਿਹੜਾ ਭਾਰਤ ਦੇ ਵਿੱਚ ਉਪ ਪ੍ਰਧਾਨ ਮੰਤਰੀ ਦਾ ਪਦ ਹੈ ਉਹ ਇਸ ਵੇਲੇ ਖਾਲੀ ਹੈ। ਇਹ ਹੁਣ ਤੱਕ 7 ਵਾਰ ਹੀ ਉਪ ਪ੍ਰਧਾਨ ਮੰਤਰੀ ਬਣਾਏ ਗਏ ਨੇ। ਕਿਸੇ ਵੀ ਉਪ ਪ੍ਰਧਾਨ ਮੰਤਰੀ ਦਾ ਪੂਰਾ ਕਾਰਜਕਾਲ ਮਤਲਬ 5 ਸਾਲ ਕਦੀ ਨਹੀਂ ਹੋਇਆ ਪੂਰਾ। ਤੇ 7ਵੇਂ ਉਪ ਪ੍ਰਧਾਨ ਮੰਤਰੀ ਜਿਹੜੇ ਸਨ ਉਹ ਲਾਲ ਕ੍ਰਿਸ਼ਨ ਅਡਵਾਣੀ ਜੀ। ਪਰ ਇੱਥੇ ਪੁੱਛਿਆ ਗਿਆ ਕਿ ਸਭ ਤੋਂ ਪਹਿਲੇ ਉਪ ਪ੍ਰਧਾਨ ਮੰਤਰੀ ਕਿਹੜੇ ਸਨ। ਸਰਦਾਰ ਵੱਲਭ ਭਾਈ ਪਟੇਲ ਜੀ, ਜਿਨ੍ਹਾਂ ਦਾ ਮੁੱਖ ਕੰਮ ਸੀ ਪ੍ਰਿੰਸਲੀ ਸਟੇਟਾਂ ਨੂੰ ਇੰਡੀਆ ਦੇ ਵਿੱਚ ਮਿਲਾਉਣਾ। ਇਹ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਨ। ਇਹ 3 ਸਾਲ 122 ਦਿਨ ਉਪ ਪ੍ਰਧਾਨ ਮੰਤਰੀ ਰਹੇ ਸਨ। ਇਹਨਾਂ ਦਾ ਜਨਮ 31 ਅਕਤੂਬਰ 1875 ਨੂੰ ਅਤੇ ਮੌਤ 15 ਦਸੰਬਰ 1950 ਨੂੰ ਹੋਈ ਸੀ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਸਰਦਾਰ ਵੱਲਭ ਭਾਈ
ਪਟੇਲ ਜੀ। ਅੱਗੇ ਆ ਜੀ, ਐਸਟਰੋਇਡ ਕਿਹੜੇ ਗ੍ਰਹਿਾਂ ਦੇ ਚੱਕਰਾਂ ਦੇ ਵਿਚਕਾਰ ਮਿਲਦੇ ਹਨ? ਆਪਸ਼ਨ ਹਨ ਮਾਰਸ ਐਂਡ ਜੁਪੀਟਰ, ਮੰਗਲ ਅਤੇ ਬ੍ਰਹਿਸਪਤੀ ਅਤੇ ਸ਼ਨੀ, ਮੰਗਲ ਅਤੇ ਸ਼ਨੀ, ਜਾਂ ਸ਼ੁੱਕਰ ਅਤੇ ਬ੍ਰਹਿਸਪਤੀ। ਜਿਹੜੇ ਐਸਟਰੋਇਡ ਨੇ ਜਿਨ੍ਹਾਂ ਨੂੰ ਛੋਟੇ ਗ੍ਰਹਿ ਵੀ ਕਹਿੰਦੇ ਆ, ਇਹ ਜੋ ਮੰਗਲ ਅਤੇ ਬ੍ਰਹਿਸਪਤੀ ਦੇ ਆਰਬਿਟ ਨੇ, ਇਹਨਾਂ ਦੇ ਵਿਚਕਾਰ ਇੱਕ ਐਸਟਰੋਇਡ ਬੈਲਟ ਹੈ ਜਿਹਦੇ ਵਿੱਚ ਲਗਭਗ 50,000 ਦੇ ਕਰੀਬ ਐਸਟਰੋਇਡ ਨੇ ਤੇ ਸਭ ਤੋਂ ਵੱਡਾ ਐਸਟਰੋਇਡ ਸੀਰਸ ਹੈ। ਇਹਦਾ ਡਾਇਆਮੀਟਰ 1025 ਕਿਲੋਮੀਟਰ ਹੈ। ਇਸੇ ਤਰ੍ਹਾਂ ਜਿਹੜੇ ਰਾਤ ਨੂੰ ਟੁੱਟਦੇ ਤਾਰੇ ਜਿਨ੍ਹਾਂ ਨੂੰ ਆਪਾਂ ਸ਼ੂਟਿੰਗ ਸਟਾਰ ਵੀ ਕਹਿੰਦੇ ਆ, ਉਹ ਜਿਹੜੇ ਸਾਨੂੰ ਦਿਖਦੇ ਨੇ ਉਹ ਮੀਟੀਓਰ ਹੁੰਦੇ ਨੇ ਜਿਨ੍ਹਾਂ ਨੂੰ ਉਲਕਾ ਕਹਿੰਦੇ ਨੇ। ਤੇ ਇਹ ਜਿਹੜੇ ਸਾਡੇ ਵਾਯੂਮੰਡਲ ਦੇ ਵਿੱਚ ਜਦੋਂ ਐਂਟਰ ਕਰਦੇ ਨੇ ਤਾਂ ਹਵਾ ਦੀ ਰਗੜ ਦੇ ਨਾਲ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ, ਜਿਹੜੇ ਇੱਕ ਟੁੱਟਦੇ ਤਾਰੇ ਦੀ ਤਰ੍ਹਾਂ ਸ਼ੂਟਿੰਗ ਸਟਾਰ ਦੀ ਤਰ੍ਹਾਂ ਸਾਨੂੰ ਨਜ਼ਰ ਆਉਂਦੇ ਨੇ। ਪਰ ਕੁਝ ਉਲਕਾ ਜਿਹੜੇ ਨੇ ਉਹ ਪੂਰੀ ਤਰ੍ਹਾਂ ਨਹੀਂ ਸੜਦੇ ਤੇ ਉਹਨਾਂ ਦੇ ਕੁਝ ਪਾਰਟ ਧਰਤੀ ਦੇ ਉੱਤੇ ਵੀ ਡਿੱਗਦੇ ਨੇ ਠੋਸ ਰੂਪ ਦੇ ਵਿੱਚ, ਉਹਨੂੰ ਆਪਾਂ ਉਲਕਾ ਪਿੰਡ ਜਾਂ ਮੀਟੀਓਰਾਈਟਸ ਵੀ ਕਹਿੰਦੇ ਆ। ਅਗਲਾ ਪ੍ਰਸ਼ਨ ਹੈ ਜੀ, ਕਪਾਹ ਦੀ ਕਮੀਜ਼ ਵਿੱਚ ਬਦਲਣ ਵਾਲੀ ਕਪਾਹ ਦੀ ਫਸਲ ਦੇ ਪੜਾਵਾਂ ਦਾ ਸਹੀ ਕ੍ਰਮ ਚੁਣੋ। ਯਾਨੀ ਕਿ ਕਪਾਹ ਦੀ ਫਸਲ ਤੋਂ ਕਪਾਹ ਦੀ ਕਮੀਜ਼ ਬਣਾਉਂਦੇ ਆ ਤਾਂ ਉਹ ਕਿਹੜੇ ਪੜਾਵਾਂ ਵਿੱਚੋਂ ਲੰਘਦੀ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹਦਾ ਸਭ ਤੋਂ ਪਹਿਲਾ ਪੜਾਅ ਹੈ ਜੀ ਵਾਢੀ, ਉਸ ਤੋਂ ਬਾਅਦ ਹੈ ਜੀ ਵੇਲਣਾ, ਫਿਰ ਹੈ ਜੀ ਕਤਾਈ ਤੇ ਫਿਰ ਹੈ ਬੁਣਾਈ। ਵਾਢੀ ਦੇ ਵਿੱਚ ਆਪਾਂ ਕਪਾਹ ਦੀ ਫਸਲ ਨੂੰ ਵੱਢਦੇ ਹਾਂ, ਵੇਲਣਾ ਦੇ ਵਿੱਚ ਆਪਾਂ ਰੇਸ਼ਿਆਂ ਨੂੰ ਬੀਜਾਂ ਤੋਂ ਵੱਖ ਕਰਦੇ ਹਾਂ, ਉਸ ਤੋਂ ਬਾਅਦ ਕਤਾਈ ਦੇ ਵਿੱਚ ਆਪਾਂ ਰੇਸ਼ਿਆਂ ਨੂੰ ਖਿੱਚ ਕੇ ਅਤੇ ਵੱਟ ਕੇ ਉਹਦਾ ਧਾਗਾ ਬਣਾਉਂਦੇ ਹਾਂ, ਉਸ ਤੋਂ ਬਾਅਦ ਲਾਸਟ ਦੇ ਵਿੱਚ ਜਿਹੜਾ ਬੁਣਾਈ ਹੈ ਧਾਗੇ ਨੂੰ ਆਪਾਂ ਬੁਣਦੇ ਹਾਂ, ਜਿਸ ਤੋਂ ਬਾਅਦ ਕਪਾਹ ਦੀ ਕਮੀਜ਼ ਤਿਆਰ ਹੁੰਦੀ ਹੈ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ ਜੀ, ਵਾਢੀ, ਵੇਲਣਾ, ਕਤਾਈ ਅਤੇ ਬੁਣਾਈ। ਅਗਲਾ ਪ੍ਰਸ਼ਨ ਹੈ ਜੀ, ਜੇਕਰ ਅਸੀਂ ਉੱਤਰੀ ਧਰੁਵ ਤੋਂ ਦੱਖਣੀ ਧਰੁਵ ਵੱਲ ਵੱਧ ਰਹੇ ਹਾਂ ਤਾਂ ਅਸੀਂ ਕਿਸ ਰੇਖਾ ਨੂੰ ਪਾਰ ਕਰਦੇ ਹਾਂ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਜਦੋਂ ਆਪਾਂ ਨਾਰਥ ਪੋਲ ਤੋਂ ਸਾਊਥ ਪੋਲ ਵੱਲ ਨੂੰ ਜਾਂਦੇ ਹਾਂ ਤੇ ਰਾਹ ਦੇ ਵਿੱਚ ਕਿਹੜੀਆਂ ਲਾਈਨਸ ਆਉਂਦੀਆਂ ਨੇ ਉਹਨਾਂ ਬਾਰੇ ਆਪਾਂ ਦੱਸਣਾ ਹੈ। ਇਹਦਾ ਸਹੀ ਜਵਾਬ ਹੈ ਜੀ, ਉੱਤਰੀ ਧਰੁਵ ਤੋਂ ਬਾਅਦ ਆਉਂਦਾ ਹੈ ਜੀ ਆਰਕਟਿਕ ਚੱਕਰ, ਉਸ ਤੋਂ ਬਾਅਦ ਆਉਂਦੀ ਹੈ ਜੀ ਕਰਕ ਰੇਖਾ, ਉਸ ਤੋਂ ਬਾਅਦ ਆਉਂਦੀ ਹੈ ਜੀ ਭੂ-ਮੱਧ ਰੇਖਾ, ਉਸ ਤੋਂ ਬਾਅਦ ਆਉਂਦੀ ਹੈ ਮਕਰ ਰੇਖਾ, ਉਸ ਤੋਂ ਬਾਅਦ ਅੰਟਾਰਕਟਿਕ ਚੱਕਰ ਆਉਂਦਾ ਹੈ ਤੇ ਉਸ ਤੋਂ ਬਾਅਦ ਆਉਂਦਾ ਹੈ ਜੀ ਦੱਖਣੀ ਧਰੁਵ। ਇਹਦਾ ਜਿਹੜਾ ਹੈ ਪਹਿਲਾ ਆਪਸ਼ਨ ਬਿਲਕੁਲ ਸਹੀ ਹੈ ਜੀ। ਸਕਰੀਨ ਤੇ ਜੋ ਤੁਹਾਨੂੰ ਪਿਕਚਰ ਨਜ਼ਰ ਆ ਰਹੀ ਹੈ ਉਹ ਤੋਂ ਤੁਸੀਂ ਦੇਖ ਸਕਦੇ ਹੋ। ਅਗਲਾ ਪ੍ਰਸ਼ਨ ਹੈ ਜੀ, ਰੇਤ ਅਤੇ ਮਾਰਬਲ ਡੈਸ਼ ਦੀਆਂ ਉਦਾਹਰਨਾਂ ਹਨ। ਆਪਸ਼ਨ ਹਨ ਪ੍ਰਾਇਮਰੀ ਚਟਾਨਾਂ, ਅਗਨੀ ਚਟਾਨਾਂ, ਤਲਛਟੀ ਚਟਾਨਾਂ ਜਾਂ ਰੂਪਾਂਤਰਿਤ ਚਟਾਨਾਂ। ਜਿਹੜੀਆਂ ਚਟਾਨਾਂ ਨੇ ਜਦੋਂ ਅਸੀਂ ਇਹਨਾਂ ਨੂੰ ਨਿਰਮਾਣ ਦੇ ਆਧਾਰ ਤੇ ਵੰਡਦੇ ਹਾਂ, 3 ਪ੍ਰਕਾਰ ਦੀਆਂ ਨੇ ਇਹ। ਅਗਨੀ ਚਟਾਨਾਂ ਜਿਹੜੀਆਂ ਨੇ ਇਹ ਚਟਾਨਾਂ ਲਾਵਾ ਜਾਂ ਮੈਗਮਾ ਦੇ ਠੰਡੇ ਹੋਣ ਕਰਕੇ ਬਣੀਆਂ ਨੇ, ਤੇ ਉਸ ਤੋਂ ਬਾਅਦ ਦੂਸਰੀਆਂ ਨੇ ਤਹਿਦਾਰ ਚਟਾਨਾਂ ਜਿਨ੍ਹਾਂ ਨੂੰ ਸੈਡੀਮੈਂਟਰੀ ਰੌਕਸ ਵੀ ਕਹਿੰਦੇ ਆ। ਇਹ ਚਟਾਨਾਂ ਵਹਿੰਦੇ ਪਾਣੀ ਜਾਂ ਹਵਾ ਦੇ ਨਾਲ ਲਿਆਂਦੀ ਗਈ ਸਮੱਗਰੀ ਜਿਹੜੀ ਨੀਵੀਆਂ ਥਾਵਾਂ ਤੇ ਬੜੇ ਲੱਖਾਂ ਸਾਲ ਇਕੱਠੀ ਹੁੰਦੀ ਰਹੀ, ਉਸ ਤੋਂ ਬਾਅਦ ਉਹ ਦਬਾਅ ਦੇ ਕਾਰਨ ਪਰਤ ਦਰ ਪਰਤ ਜੰਮ ਗਈ ਤੇ ਉਹ ਬਣ ਜਾਂਦੀਆਂ ਨੇ ਤਹਿਦਾਰ ਚਟਾਨਾਂ। ਉਸ ਤੋਂ ਬਾਅਦ ਜਿਹੜੀ ਤੀਜੀ ਕਿਸਮ ਹੈ ਚਟਾਨਾਂ ਦੀ ਉਹ ਹੈ ਮੈਟਾਮੋਰਫਿਕ ਰੌਕਸ, ਜਿਹਨੂੰ ਆਪਾਂ ਰੂਪਾਂਤਰਿਤ ਚਟਾਨਾਂ ਕਹਿੰਦੇ ਆ। ਲੱਖਾਂ ਸਾਲਾਂ ਦੇ ਵਿੱਚ ਜਿਹੜੇ ਦਬਾਅ ਤੇ ਤਾਪ ਦੇ ਕਾਰਨ ਇਹ ਜਿਹੜੀ ਅਗਨੀ ਚਟਾਨਾਂ ਜਾਂ ਤਹਿਦਾਰ ਚਟਾਨਾਂ ਧਰਤੀ ਦੇ ਵਿੱਚ ਜਦੋਂ ਇਹਨਾਂ ਦਾ ਰੂਪ ਬਦਲ ਗਿਆ, ਇਹ ਰੂਪਾਂਤਰਿਤ ਹੋ ਗਈਆਂ ਤਾਂ ਉਹ ਹੋ ਜਾਂਦੀਆਂ ਨੇ ਰੂਪਾਂਤਰਿਤ ਚਟਾਨਾਂ। ਇਹਨਾਂ ਦੇ ਵਿੱਚ ਮਾਰਬਲ ਸ਼ਾਮਲ ਹੈ, ਸਲੇਟ ਤੇ ਮਾਰਬਲ ਇਸ ਦੀਆਂ ਉਦਾਹਰਨਾਂ ਹਨ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਰੂਪਾਂਤਰਿਤ ਚਟਾਨਾਂ। ਜਿਹੜੀਆਂ ਪ੍ਰਾਇਮਰੀ ਰੌਕਸ ਨੇ ਇਹ ਅਗਨੀ ਚਟਾਨਾਂ ਨੂੰ ਹੀ ਪ੍ਰਾਇਮਰੀ ਰੌਕਸ ਕਹਿੰਦੇ ਨੇ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਚੌਥਾ ਆਪਸ਼ਨ ਰੂਪਾਂਤਰਿਤ ਚਟਾਨਾਂ। ਅਗਲਾ ਪ੍ਰਸ਼ਨ ਵੀ ਇਹਦੇ ਨਾਲ ਦਾ ਹੀ ਹੈ ਜੀ, ਲਾਤੀਨੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਬਦ ਦਾ ਅਰਥ ਹੈ ਸੈਟਲ ਡਾਊਨ? ਆਪਸ਼ਨ ਹਨ ਇਗਨਸ ਯਾਨੀ ਕਿ ਅਗਨੀ, ਸੈਡੀਮੈਂਟਸ ਯਾਨੀ ਕਿ ਤਲਛਟ, ਮੈਟਾਮੋਰਫੇਸ ਯਾਨੀ ਕਿ ਰੂਪਾਂਤਰਿਤ, ਜਾਂ ਲੈਪਿਸ। ਜਿਹੜਾ ਇਗਨਸ ਹੈ ਇਹ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਮਤਲਬ ਹੁੰਦਾ ਹੈ ਅੱਗ। ਇਸੇ ਤਰ੍ਹਾਂ ਜਿਹੜਾ ਸੈਡੀਮੈਂਟਸ ਹੈ ਇਹ ਤਲਛਟ ਇਹਦਾ ਮਤਲਬ ਹੁੰਦਾ ਹੈ, ਇਹ ਵੀ ਲਾਤੀਨੀ ਭਾਸ਼ਾ ਦਾ ਸ਼ਬਦ ਹੈ। ਜਿਹੜਾ ਮੈਟਾਮੋਰਫੇਸ ਹੈ ਇਹਦਾ ਸ਼ਬਦ ਜਿਹੜਾ ਰੂਪਾਂਤਰਿਤ ਹੈ ਇਹ ਗ੍ਰੀਕ ਭਾਸ਼ਾ ਦਾ ਸ਼ਬਦ ਹੈ, ਤੇ ਲੈਪਿਸ ਇੱਕ ਕੀਮਤੀ ਪੱਥਰ ਦਾ ਨਾਂ ਹੈ। ਇੱਥੇ ਜਿਹੜਾ ਸਹੀ ਜਵਾਬ ਹੈ ਉਹ ਹੋਏਗਾ ਤਲਛਟ। ਦੂਜਾ ਆਪਸ਼ਨ ਬਿਲਕੁਲ ਸਹੀ ਹੈ, ਇਹਦਾ ਮਤਲਬ ਹੋਏਗਾ ਸੈਟਲ ਡਾਊਨ, ਥੱਲੇ ਸੈਟਲ ਹੋ ਜਾਣਾ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਦੂਸਰਾ ਆਪਸ਼ਨ। ਅਗਲਾ ਪ੍ਰਸ਼ਨ ਹੈ ਜੀ, ਸਹਾਰਾ ਰੇਗਿਸਤਾਨ ਵਿੱਚ ਪਾਈ ਗਈ ਗੁਫਾ ਚਿੱਤਰਕਾਰੀ ਵਿੱਚ ਮਗਰਮੱਛ ਨਾਲ ਨਦੀਆਂ ਦਿਖਾਈਆਂ ਗਈਆਂ ਹਨ। ਹਾਥੀ, ਸ਼ੇਰ, ਜਿਰਾਫ, ਸ਼ੁਤਰਮੁਰਗਾਂ, ਭੇਡਾਂ, ਪਸ਼ੂਆਂ ਅਤੇ ਬੱਕਰੀਆਂ ਨੂੰ ਆਮ ਜਾਨਵਰਾਂ ਵਜੋਂ ਦਰਸਾਇਆ ਗਿਆ ਹੈ। ਇਹ ਦਰਸਾਉਂਦਾ ਹੈ ਕਿ ਪਹਿਲਾ ਆਪਸ਼ਨ ਹੈ ਸਹਾਰਾ ਕਦੇ ਹਰਿਆ ਭਰਿਆ ਮੈਦਾਨ ਹੋਇਆ ਕਰਦਾ ਸੀ। ਦੂਸਰਾ ਜੀ ਉੱਥੇ ਰਹਿਣ ਵਾਲੇ ਲੋਕਾਂ ਵਿੱਚ ਬਹੁਤ ਕਲਪਨਾ ਸ਼ਕਤੀ ਸੀ। ਤੀਸਰਾ ਹੈ ਜੀ ਲੋਕ ਉਸ ਖੇਤਰ ਤੋਂ ਉੱਥੇ ਚਲੇ ਗਏ ਜਿੱਥੇ ਬਨਸਪਤੀ ਬਹੁਤ ਰਿਚ ਸੀ। ਚੌਥਾ ਆਪਸ਼ਨ ਹੈ ਜੀ ਲੋਕ ਉਹਨਾਂ ਚੀਜ਼ਾਂ ਦੀ ਇੱਛਾ ਰੱਖਦੇ ਹਨ ਜੋ ਉਹਨਾਂ ਕੋਲ ਨਹੀਂ ਹਨ। ਦੇਖੋ ਜਿਹੜਾ ਸਹਾਰਾ ਰੇਗਿਸਤਾਨ ਦੇ ਵਿੱਚ ਗੁਫਾ ਚਿੱਤਰਕਾਰੀ ਦੇ ਵਿੱਚ
ਇਹ ਜਿਹੜੀਆਂ ਚੀਜ਼ਾਂ ਦਿਖੀਆਂ ਨੇ, ਇਹ ਜਿਹੜੇ ਸਾਨੂੰ ਜੰਤੂ ਦਿਖਾਈ ਦਿੰਦੇ ਨੇ, ਇਹ ਕੋਈ ਕਲਪਨਾ ਨਹੀਂ ਹੈ। ਜਿਹੜੇ ਹਜ਼ਾਰਾਂ ਸਾਲ ਪਹਿਲਾਂ ਸਹਾਰਾ ਰੇਗਿਸਤਾਨ ਦੇ ਵਿੱਚ ਇਹ ਸਾਰੇ ਹੁੰਦੇ ਸਨ, ਯਾਨੀ ਕਿ ਸਹਾਰਾ ਕਦੇ ਹਰਿਆ ਭਰਿਆ ਮੈਦਾਨ ਹੋਇਆ ਕਰਦਾ ਸੀ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਸ਼ਾਂਤੀ ਮੰਡਲ ਯਾਨੀ ਕਿ ਟ੍ਰੋਪੋਸਫੀਅਰ ਤੋਂ ਮੈਸੋਸਫੀਅਰ ਯਾਨੀ ਕਿ ਮੱਧਵਰਤੀ ਮੰਡਲ ਵਿੱਚ ਜਾਣ ਤੇ ਤਾਪਮਾਨ ਦੇ ਵਿੱਚ ਕੀ ਤਬਦੀਲੀ ਆਏਗੀ? ਆਪਸ਼ਨ ਹਨ ਪਹਿਲਾਂ ਵਧੇਗਾ ਫਿਰ ਘਟੇਗਾ, ਦੂਸਰਾ ਆਪਸ਼ਨ ਹੈ ਪਹਿਲਾਂ ਘਟੇਗਾ ਫਿਰ ਵਧੇਗਾ, ਤੀਸਰਾ ਹੈ ਜੀ ਬਦਲੇਗਾ ਨਹੀਂ, ਚੌਥਾ ਹੈ ਜੀ ਸਿਰਫ ਵਧੇਗਾ। ਜਿਹੜਾ ਧਰਤੀ ਦੇ ਵਾਯੂਮੰਡਲ ਦਾ ਸਭ ਤੋਂ ਥੱਲੇ ਵਾਲਾ ਮੰਡਲ ਹੈ, ਜਿਹਨੂੰ ਆਪਾਂ ਟ੍ਰੋਪੋਸਫੀਅਰ ਜਾਂ ਅਸ਼ਾਂਤੀ ਮੰਡਲ ਕਹਿੰਦੇ ਆ, ਇਹਦੇ ਵਿੱਚ ਜਦੋਂ ਆਪਾਂ ਉੱਪਰ ਜਾਂਦੇ ਆ ਤਾਂ ਤਾਪਮਾਨ ਘਟਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਟ੍ਰੋਪੋਸਫੀਅਰ ਤੋਂ ਬਾਅਦ ਜਿਹੜਾ ਅਗਲੀ ਪਰਤ ਹੈ ਉਹ ਹੈ ਜੀ ਸਟ੍ਰੈਟੋਸਫੀਅਰ। ਸਟ੍ਰੈਟੋਸਫੀਅਰ ਦੇ ਵਿੱਚ ਓਜ਼ੋਨ ਬਣਨ ਦੇ ਕਰਕੇ ਤਾਪਮਾਨ ਵੱਧਦਾ ਹੈ, ਤੇ ਉਸ ਤੋਂ ਬਾਅਦ ਜਿਹੜਾ ਮੱਧਵਰਤੀ ਮੰਡਲ ਯਾਨੀ ਕਿ ਮੈਸੋਸਫੀਅਰ ਹੈ, ਉਹਦੇ ਵਿੱਚ ਫਿਰ ਤਾਪਮਾਨ ਘਟਣਾ ਸ਼ੁਰੂ ਹੋ ਜਾਂਦਾ ਹੈ, ਯਾਨੀ ਕਿ ਪਹਿਲਾਂ ਵਧੇਗਾ ਤੇ ਫਿਰ ਘਟੇਗਾ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਹੇਠ ਦਿੱਤੇ ਜੋੜਿਆਂ ਨੂੰ ਦੇਖੋ ਅਤੇ ਇਹਨਾਂ ਵਿੱਚੋਂ ਸਹੀ ਦੀ ਚੋਣ ਕਰੋ। A ਨੰਬਰ ਤੇ ਜੋੜਾ ਹੈ ਜੀ ਟੈਂਪਰੇਟ ਐਵਰਗ੍ਰੀਨ ਫੋਰੈਸਟ, ਹਾਰਡਵੁੱਡ ਟਰੀ। ਉਸ ਤੋਂ ਬਾਅਦ ਹੈ ਦੂਜਾ ਕੋਨੀਫੀਰਸ ਫੋਰੈਸਟ ਯਾਨੀ ਕਿ ਸੌਫਟਵੁੱਡ ਟਰੀਜ਼। ਤੀਸਰੇ ਨੰਬਰ ਤੇ ਹੈ ਜੀ ਟ੍ਰੋਪੀਕਲ ਡੈਸੀਡੀਅਸ ਫੋਰੈਸਟ, ਬੋਥ ਹਾਰਡਵੁੱਡ ਐਂਡ ਸੌਫਟਵੁੱਡ ਟਰੀਜ਼। ਭਾਰਤ ਦੇ ਵਿੱਚ ਜਿਹੜੀ ਇਹ ਫੋਰੈਸਟ ਨੇ, ਉਹਨਾਂ ਦੇ ਵਿੱਚ ਊਸ਼ਣ ਸਦਾਬਹਾਰ ਵਣ ਜਿਹਨੂੰ ਟ੍ਰੋਪੀਕਲ ਐਵਰਗ੍ਰੀਨ ਫੋਰੈਸਟ ਕਹਿੰਦੇ ਨੇ, ਇਹਨਾਂ ਤੋਂ ਸਾਨੂੰ ਬਾਂਸ ਤੇ ਬੈਂਤ ਲੱਕੜ ਮਿਲਦੀ ਹੈ। ਮਾਨਸੂਨੀ ਜਾਂ ਪਤਝੜੀ ਵਣ ਜਿਹੜੇ ਨੇ, ਇਹਨਾਂ ਨੂੰ ਕਹਿੰਦੇ ਨੇ ਮਾਨਸੂਨਲ ਔਰ ਡੈਸੀਡੀਅਸ ਫੋਰੈਸਟ। ਇਹਨਾਂ ਤੋਂ ਸਾਨੂੰ ਸਾਲ, ਟਾਹਲੀ, ਅੰਬ ਜਾਂ ਪਿੱਪਲ ਮਿਲਦੇ ਨੇ। ਉਸ ਤੋਂ ਬਾਅਦ ਜਿਹੜੀ ਤੀਜੀ ਕਿਸਮ ਹੈ ਉਹ ਹੈ ਮਾਰੂਥਲੀ ਵਣਾਂ ਦੀ, ਜਿਨ੍ਹਾਂ ਤੋਂ ਸਾਨੂੰ ਮਿਲਦੇ ਨੇ, ਜਿਨ੍ਹਾਂ ਦੇ ਵਿੱਚ ਕਿੱਕਰ, ਬਬੂਲ, ਥੋਰ, ਮਲੇ ਆਉਂਦੇ ਨੇ। ਉਸ ਤੋਂ ਬਾਅਦ ਹੈ ਜੀ ਜਵਾਰ ਭਾਟੀ ਡੈਲਟਾ ਵਨ, ਜਿਹਨੂੰ ਟਾਈਡਲ ਫੋਰੈਸਟ ਕਹਿੰਦੇ ਆ। ਇਹਨਾਂ ਦੇ ਵਿੱਚ ਤਾੜ ਦੇ ਰੁੱਖ ਤੇ ਨਾਰੀਅਲ ਆਉਂਦੇ ਨੇ। ਤੇ ਲਾਸਟ ਦੇ ਵਿੱਚ ਹੈ ਜੀ ਪਰਬਤੀ ਵਣ, ਜਿਹਨੂੰ ਆਪਾਂ ਮਾਊਂਟੇਨੀਅਸ ਫੋਰੈਸਟ ਕਹਿੰਦੇ ਆ। ਇਹ ਜਿਹੜੇ ਮਾਊਂਟੇਨੀਅਸ ਫੋਰੈਸਟ ਹੈ, ਇਹਨਾਂ ਨੂੰ ਹੀ ਕੋਨੀਫੇਰਸ ਫੋਰੈਸਟ ਵੀ ਕਹਿੰਦੇ ਆ, ਸ਼ੰਕੂਧਾਰੀ ਵਣ ਵੀ ਕਹਿੰਦੇ ਆ। ਇੱਥੋਂ ਸਾਨੂੰ ਸੌਫਟਵੁੱਡ ਟਰੀ ਮਿਲਦੀ ਹੈ, ਜਿਹੜੀ ਇਮਾਰਤਾਂ ਦੇ ਲਈ ਵਰਤੀ ਜਾਂਦੀ ਹੈ। ਇਹ ਜਿਹੜੇ ਤਿੰਨ ਆਪਸ਼ਨ ਦਿੱਤੇ ਨੇ, ਇਹਨਾਂ ਦੇ ਵਿੱਚ A ਤੇ C ਦੇ ਵਿੱਚ ਜਿਹੜੇ ਫੋਰੈਸਟ ਦੇ ਨਾਮ ਨੇ ਉਹ ਅੱਗੇ ਪਿੱਛੇ ਕਰਕੇ ਲਿਖੇ ਹੋਏ ਨੇ। ਸਿਰਫ B ਆਪਸ਼ਨ ਦੇ ਵਿੱਚ ਹੀ ਸ਼ੰਕੂਧਾਰੀ ਵਣ ਨੂੰ ਸੌਫਟਵੁੱਡ ਦੇ ਨਾਲ ਸਹੀ ਕਰਕੇ ਲਿਖਿਆ ਹੋਇਆ ਹੈ। ਇੱਥੇ ਜਿਹੜਾ ਹੈ B ਓਨਲੀ, ਦੂਜਾ ਆਪਸ਼ਨ ਬਿਲਕੁਲ ਸਹੀ ਹੋਏਗਾ ਜੀ। ਅਗਲਾ ਪ੍ਰਸ਼ਨ ਹੈ ਜੀ ਭਾਰਤ ਦਾ ਵਰਣਨ ਕਰਨ ਲਈ ਅਨੇਕਤਾ ਵਿੱਚ ਏਕਤਾ ਸ਼ਬਦ ਕਿਸ ਨੇ ਤਿਆਰ ਕੀਤਾ? ਆਪਸ਼ਨ ਹਨ ਮਹਾਤਮਾ ਗਾਂਧੀ, ਰਵਿੰਦਰਨਾਥ ਟੈਗੋਰ, ਜਵਾਹਰ ਲਾਲ ਨਹਿਰੂ ਜਾਂ ਬਿਕਰਮ ਚੰਦਰ ਚੈਟਰਜੀ। ਜਿਹੜਾ ਯੂਨਿਟੀ ਇਨ ਡਾਇਵਰਸਿਟੀ ਸ਼ਬਦ ਹੈ ਇੰਡੀਆ ਨੂੰ ਡਿਸਕ੍ਰਾਈਬ ਕਰਨ ਦੇ ਲਈ, ਇਹ ਜਵਾਹਰ ਲਾਲ ਨਹਿਰੂ ਨੇ ਵਰਤਿਆ ਸੀ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਭਾਰਤ ਦੀ ਸੰਸਦ ਵਿੱਚ ਇਹ ਸ਼ਾਮਲ ਨਹੀਂ ਹੈ। ਆਪਸ਼ਨ ਹਨ ਰਾਸ਼ਟਰਪਤੀ, ਲੋਕ ਸਭਾ, ਰਾਜ ਸਭਾ ਜਾਂ ਵਿਧਾਨ ਪਰਿਸ਼ਦ। ਜਿਹੜੀ ਭਾਰਤ ਦੀ ਸੰਸਦ ਦੇ ਵਿੱਚ ਵਿਧਾਨ ਪਰਿਸ਼ਦ ਸ਼ਾਮਲ ਨਹੀਂ ਹੈ। ਚੌਥਾ ਆਪਸ਼ਨ ਬਿਲਕੁਲ ਸਹੀ ਹੈ ਜੀ। ਸ਼ਿਫਟਿੰਗ ਕਲਟੀਵੇਸ਼ਨ ਜਾਂ ਨੋਮੈਡਿਕ ਹਾਰਡਿੰਗ ਯਾਨੀ ਕਿ ਬਦਲੀ ਹੋਈ ਖੇਤੀ ਜਾਂ ਖਾਨਾ ਬਦੋਸ਼ ਪਸ਼ੂ ਪਾਲਣ ਕਿਸ ਦੀਆਂ ਉਦਾਹਰਨਾਂ ਹਨ? ਆਪਸ਼ਨ ਹਨ ਇੰਟੈਂਸਿਵ ਸਬਸਿਸਟੈਂਸ ਐਗਰੀਕਲਚਰ, ਪ੍ਰਿਮਿਟਿਵ ਸਬਸਿਸਟੈਂਸ ਐਗਰੀਕਲਚਰ, ਮਿਕਸਡ ਫਾਰਮਿੰਗ ਜਾਂ ਕਮਰਸ਼ੀਅਲ ਫਾਰਮਿੰਗ। ਜਿਹੜੀ ਸ਼ਿਫਟਿੰਗ ਕਲਟੀਵੇਸ਼ਨ ਹੈ, ਇਹਦੇ ਵਿੱਚ ਕੀ ਕਰਦੇ ਆ ਕਿ ਜੰਗਲ ਦੇ ਕੁਝ ਭਾਗ ਨੂੰ ਅੱਗ ਲਗਾ ਕੇ ਉਹਦੀ ਜਿਹੜੀ ਸਵਾਹ ਹੈ ਉਹਨੂੰ ਮਿੱਟੀ ਦੇ ਵਿੱਚ ਮਿਕਸ ਕਰ ਦਿੱਤਾ ਜਾਂਦਾ, ਜਿਹਨੂੰ ਆਪਾਂ ਸਲੈਸ਼ ਐਂਡ ਬਰਨ ਵੀ ਕਹਿੰਦੇ ਆ। ਤੇ ਉਸ ਮਿੱਟੀ ਦੇ ਵਿੱਚ ਖੇਤੀ ਕੀਤੀ ਜਾਂਦੀ ਆ। ਫਿਰ ਜਦੋਂ ਉਹਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ ਤੇ ਫਿਰ ਹੋਰ ਥੋੜੀ ਜਿਹੀ ਜਗ੍ਹਾ ਉਹਦੇ ਵਿੱਚ ਫਿਰ ਜੰਗਲ ਨੂੰ ਸਾੜ ਕੇ ਤੇ ਉਹਦੇ ਵਿੱਚ ਫਿਰ ਤੋਂ ਖੇਤੀ ਕੀਤੀ ਜਾਂਦੀ ਹੈ। ਤੇ ਜਿਹੜੇ ਨਾਲ ਜਿਹੜੇ ਜਿਹਨੂੰ ਆਪਾਂ ਕਹਿੰਦੇ ਆ ਜੀ ਨੋਮੈਡਿਕ ਹਾਰਡਿੰਗ ਯਾਨੀ ਕਿ ਖਾਨਾ ਬਦੋਸ਼ ਪਸ਼ੂ ਪਾਲਣੇ, ਪਸ਼ੂਆਂ ਨੂੰ ਚਾਰੀ ਜਾਣਾ। ਠੀਕ ਹੈ ਜੀ। ਤੇ ਇਹ ਜਿਵੇਂ ਬੱਕਰੀਆਂ ਚਾਰਨਾ ਵਗੈਰਾ, ਇਹ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਖੇਤੀ ਹੈ ਇਹ ਆਦਿ ਮਾਨਵ ਕਰਦਾ ਹੁੰਦਾ ਸੀ। ਇਹਨੂੰ ਆਪਾਂ ਪ੍ਰੀਮਿਟਿਵ ਸਬਸਿਸਟੈਂਸ ਐਗਰੀਕਲਚਰ ਕਹਿੰਦੇ ਆ, ਆਦਮ ਨਿਰਵਾਹ ਖੇਤੀ। ਇਹਦਾ ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। ਜਿਹੜੀ ਮਿਸ਼ਰਤ ਖੇਤੀ ਹੈ ਉਹਦੇ ਵਿੱਚ ਦੋ ਫਸਲਾਂ ਨੂੰ ਮਿਕਸ ਕਰਕੇ ਬੀਜਦੇ ਹਾਂ। ਵਪਾਰਕ ਖੇਤੀ ਦੇ ਵਿੱਚ ਜਿਹੜੀ ਅਸੀਂ ਅੱਜ ਕੱਲ੍ਹ ਖੇਤੀ ਕਰਦੇ ਹਾਂ ਕਿ ਆਪਾਂ ਵੇਚਣ ਦੇ ਲਈ ਪਸ਼ੂ ਪਾਲਦੇ ਹਾਂ ਤੇ ਵੇਚਣ ਦੇ ਲਈ ਆਪਾਂ ਜ਼ਿਆਦਾ ਮਾਤਰਾ ਦੇ ਵਿੱਚ ਖੇਤੀ ਕਰਦੇ ਹਾਂ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਪ੍ਰੀਮਿਟਿਵ ਸਬਸਿਸਟੈਂਸ ਐਗਰੀਕਲਚਰ, ਦੂਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਲਿਖਿਆ ਵਿੱਚੋਂ ਕਿਹੜਾ ਜੋੜਾ ਸਹੀ ਮੇਲ ਖਾਂਦਾ ਹੈ? A, B ਅਤੇ C ਦੇ ਵਿੱਚ ਸਾਨੂੰ ਦੋ ਜੋੜੇ ਦਿੱਤੇ ਹੋਏ ਨੇ। ਜਿਵੇਂ ਸਭ ਤੋਂ ਪਹਿਲਾਂ ਹੈ ਜੀ A ਦੇ ਵਿੱਚ ਹਿੰਦੂ ਉੱਤਰ ਅਧਿਕਾਰੀ ਸੋਧ ਐਕਟ 2005, ਇਹਨੂੰ ਜੋੜਿਆ ਗਿਆ ਔਰਤਾਂ ਦੇ ਸੰਪੱਤੀ ਅਧਿਕਾਰ ਦੇ ਨਾਲ। ਉਸ ਤੋਂ ਬਾਅਦ ਪੰਚਾਇਤੀ ਰਾਜ ਪ੍ਰਣਾਲੀ, ਇਹਦਾ ਜੋੜਾ ਬਣਾਇਆ ਗਿਆ ਸਥਾਨਕ ਸਵੈ ਸ਼ਾਸਨ ਯਾਨੀ ਕਿ ਲੋਕਲ ਸੈਲਫ ਗਵਰਨੈਂਸ ਦੇ ਨਾਲ। ਤੇ ਉਸ ਤੋਂ ਬਾਅਦ ਹੈ ਜੀ C ਦੇ ਵਿੱਚ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ 2005, ਇਹਨੂੰ ਮੌਲਿਕ ਅਧਿਕਾਰ ਦੇ ਨਾਲ ਇਹਦਾ ਜੋੜਾ ਬਣਾਇਆ ਗਿਆ।
A B C ਦੇ ਵਿੱਚੋਂ ਆਪਾਂ ਦੱਸਣਾ ਹੈ ਕਿ ਕਿਹੜਾ ਸਹੀ ਹੈ। A B ਤੇ C ਤਿੰਨੋਂ ਸਹੀ ਨੇ, ਓਨਲੀ A ਅਤੇ B ਸਹੀ ਹੈ, ਓਨਲੀ A ਅਤੇ C ਸਹੀ ਹੈ, ਜਾਂ ਓਨਲੀ B ਅਤੇ C ਸਹੀ ਹੈ। ਇਹਦੇ ਵਿੱਚ ਜਿਹੜਾ A ਤੇ B ਜੋੜਾ ਹੈ ਇਹ ਬਿਲਕੁਲ ਸਹੀ ਨੇ, ਯਾਨੀ ਕਿ ਇਹਦਾ ਸਹੀ ਜਵਾਬ ਹੋਏਗਾ ਓਨਲੀ A ਐਂਡ B। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਇਸ ਦੇ ਨਾਲ ਹੀ ਅੱਜ ਦੀ ਜਿਹੜੀ ਵੀਡੀਓ ਇਹਨੂੰ ਸਮਾਪਤ ਕਰਦੇ ਹਾਂ ਜੀ। ਇਸ ਵੀਡੀਓ ਦੇ ਵਿੱਚ ਆਪਾਂ ਜਿੰਨੇ ਵੀ ਟੌਪਿਕ ਡਿਸਕਸ ਕੀਤੇ ਨੇ ਇਹ ਬੜੇ ਹੀ ਜ਼ਰੂਰੀ ਨੇ, ਤੁਸੀਂ ਇਹਨਾਂ ਨੂੰ ਜ਼ਰੂਰ ਪੜ੍ਹਨਾ ਹੈ। ਅਗਲੀ ਵੀਡੀਓ ਮੈਂ ਸੋਸ਼ਲ ਸਟੱਡੀ ਦੀ ਜਿਹੜੀ ਪੈਡਾਗੋਗੀ ਹੈ ਉਹਦੇ ਨਾਲ ਸੰਬੰਧਿਤ ਲੈ ਕੇ ਆਵਾਂਗਾ। ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਓ। ਥੈਂਕਸ ਫਾਰ ਵਾਚਿੰਗ। ਮੈਨੂੰ ਉਮੀਦ ਹੈ ਕਿ ਤੁਹਾਡੀ ਤਿਆਰੀ ਬਹੁਤ ਵਧੀਆ ਹੋਵੇਗੀ ਤੇ ਤੁਸੀਂ ਵਧੀਆ ਨੰਬਰ ਲੈ ਕੇ ਇਸ ਵਾਰ ਜ਼ਰੂਰ ਟੈਟ ਕਲੀਅਰ ਕਰੋਗੇ। ਆਲ ਦੀ ਬੈਸਟ। ਥੈਂਕ ਯੂ।